ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਆਪਾਂ ਇੱਕ ਖਾਸ ਸਫ਼ਰ ਤੇ ਚੱਲਦੇ ਹਾਂ, ਸਮੇਂ ਤੋਂ ਪਿੱਛੇ, ਸਿੱਧਾ 1940 ਦੇ ਅਖੰਡ ਜੋਤੀ ਦੇ ਅੰਕ ਵਿੱਚ। ਦੇਖੋ, ਇਹ ਸਿਰਫ ਇੱਕ ਪੁਰਾਣੀ ਮੈਗਜ਼ੀਨ ਨਹੀਂ ਹੈ, ਬਿਲਕੁਲ ਨਹੀਂ। ਇਹ ਤਾਂ ਸਦੀਵੀ ਸੱਚ ਦਾ ਉਹ ਖਜ਼ਾਨਾ ਹੈ ਜਿਹੜਾ ਅੱਜ ਵੀ ਸਾਡੇ ਲਈ ਉਨਾ ਹੀ ਮਾਇਨੇ ਰੱਖਦਾ ਹੈ। ਤਾਂ ਫਿਰ ਚਲੋ ਮਿਲ ਕੇ ਦੇਖਦੇ ਹਾਂ ਕਿ ਇਸ ਵਿੱਚ ਸਾਡੇ ਲਈ ਕੀ ਖਾਸ ਹੈ। ਅੱਛਾ, ਤਾਂ ਆਪਣਾ ਸਫ਼ਰ ਕਿਵੇਂ ਅੱਗੇ ਵਧੇਗਾ? ਇਹ ਰਿਹਾ ਆਪਣਾ ਰੋਡ ਮੈਪ। ਇੱਕ ਤਰ੍ਹਾਂ ਨਾਲ ਇੱਕ ਖੋਜੀ ਦੀ ਚੜ੍ਹਾਈ ਹੈ ਇਹ। ਪਹਿਲਾਂ ਆਪਾਂ ਗਿਆਨ ਦੇ ਪ੍ਰਕਾਸ਼ ਨੂੰ ਸਮਝਾਂਗੇ, ਫਿਰ ਆਪਣੇ ਅੰਦਰ ਦੀ ਤਾਕਤ ਨੂੰ ਲੱਭਾਂਗੇ ਤੇ ਹੌਲੀ-ਹੌਲੀ ਅੱਗੇ ਵਧਦੇ ਹੋਏ ਵਿਸ਼ਵਵਿਆਪੀ ਆਤਮਾ ਨੂੰ ਮਹਿਸੂਸ ਕਰਨ ਤੱਕ ਪਹੁੰਚਾਂਗੇ। ਹਰ ਇੱਕ ਕਦਮ ਦੂਜੇ ਨਾਲ ਜੁੜਿਆ ਹੋਇਆ ਹੈ। ਤਾਂ ਫਿਰ ਸ਼ੁਰੂਆਤ ਕਰਦੇ ਹਾਂ। ਸਾਡਾ ਸਭ ਤੋਂ ਪਹਿਲਾ ਕਦਮ, ਗਿਆਨ ਦਾ ਪ੍ਰਕਾਸ਼। ਦੇਖੋ, ਕਿਸੇ ਵੀ ਰੂਹਾਨੀ ਸਫ਼ਰ ਤੇ ਨਿਕਲਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਜਿਸ ਰਸਤੇ ਤੇ ਆਪਾਂ ਤੁਰਨਾ ਹੈ, ਉਸ ਨੂੰ ਚੰਗੀ ਤਰ੍ਹਾਂ ਰੌਸ਼ਨ ਕਰ ਲਈਏ। ਸੋ ਸਭ ਤੋਂ ਪਹਿਲਾਂ ਇੱਕ ਬਹੁਤ ਹੀ ਬੁਨਿਆਦੀ ਸਵਾਲ ਤੇ ਗੌਰ ਕਰਦੇ ਹਾਂ। ਜਦੋਂ ਜ਼ਿੰਦਗੀ ਵਿੱਚ ਸਭ ਕੁਝ ਡਾਵਾਡੋਲ ਲੱਗਦਾ ਹੈ ਨਾ, ਤਾਂ ਉਹ ਕਿਹੜੀ ਇੱਕ ਚੀਜ਼ ਹੈ ਜਿਸ ਤੇ ਅਸੀਂ ਸੱਚਮੁੱਚ ਭਰੋਸਾ ਕਰ ਸਕਦੇ ਹਾਂ? ਇਸ ਦਾ ਇੱਕੋ ਇੱਕ ਸਹਾਰਾ ਕੀ ਹੈ? ਇਹੀ ਸਵਾਲ ਸਾਨੂੰ ਜਵਾਬ ਲੱਭਣ ਲਈ ਪ੍ਰੇਰਿਤ ਕਰਦਾ ਹੈ। ਅਤੇ ਇਸ ਸਵਾਲ ਦਾ ਜਵਾਬ ਪਤਾ ਕਿੱਥੇ ਹੈ? ਉਹ ਬਾਹਰ ਕਿਤੇ ਨਹੀਂ ਮਿਲਣਾ। ਜਵਾਬ ਸਾਡੇ ਅੰਦਰ ਹੈ। ਇਸ ਲਈ ਹੁਣ ਅਸੀਂ ਅੰਦਰ ਵੱਲ ਝਾਤ ਮਾਰਾਂਗੇ, ਆਪਣੀ ਉਸ ਅੰਦਰੂਨੀ ਸ਼ਕਤੀ ਨੂੰ ਲੱਭਾਂਗੇ ਜਿਹੜੀ ਅਸਲ ਵਿੱਚ ਸਾਡੇ ਪੂਰੇ ਰੂਹਾਨੀ ਸਫ਼ਰ ਦੀ ਨੀਂਹ ਹੈ। ਹਾਂਜੀ, ਜਵਾਬ ਬਿਲਕੁਲ ਸਾਫ਼ ਹੈ। ਅਸਲੀ ਸਹਾਰਾ, ਅਸਲੀ ਤਾਕਤ ਉਹ ਸਾਡੇ ਅੰਦਰ ਹੀ ਹੈ। ਗੱਲ ਬਾਹਰੋਂ ਮਿਲਣ ਵਾਲੇ ਸਹਾਰਿਆਂ ਦੀ ਨਹੀਂ, ਗੱਲ ਤਾਂ ਉਸ ਬੇਅੰਤ ਸ਼ਕਤੀ ਨੂੰ ਜਗਾਉਣ ਦੀ ਹੈ ਜਿਹੜੀ ਪਹਿਲਾਂ ਤੋਂ ਹੀ ਸਾਡੇ ਅੰਦਰ ਮੌਜੂਦ ਹੈ। ਪਰ ਇੱਕ ਸਵਾਲ ਉੱਠਦਾ ਹੈ, ਜੇ ਇਹ ਸ਼ਕਤੀ ਸਾਡੇ ਅੰਦਰ ਹੀ ਹੈ ਤਾਂ ਫਿਰ ਸਾਨੂੰ ਮਹਿਸੂਸ ਕਿਉਂ ਨਹੀਂ ਹੁੰਦੀ? ਇਸ ਦਾ ਕਾਰਨ ਸਿਰਫ ਇੱਕ ਸ਼ਬਦ ਹੈ, ਸ਼ੱਕ। ਸੰਸ਼ਯਾਤਮਾ ਵਿਨਸ਼ਯਤੀ, ਯਾਨੀ ਸ਼ੱਕ ਕਰਨ ਵਾਲੀ ਆਤਮਾ ਨਾਸ਼ ਹੋ ਜਾਂਦੀ ਹੈ। ਇਹ ਉਹ ਜ਼ਹਿਰ ਹੈ ਜੋ ਸਾਡੇ ਵਿਸ਼ਵਾਸ ਨੂੰ ਖਾ ਜਾਂਦਾ ਹੈ ਤੇ ਸਾਨੂੰ ਸਾਡੀ ਅਸਲੀ ਤਾਕਤ ਤੋਂ ਦੂਰ ਰੱਖਦਾ ਹੈ। ਚਲੋ, ਅੰਦਰ ਦੀ ਤਾਕਤ ਨੂੰ ਲੱਭਣਾ ਤਾਂ ਪਹਿਲਾ ਕਦਮ ਹੋ ਗਿਆ, ਪਰ ਹੁਣ ਅੱਗੇ ਕੀ? ਅਗਲਾ ਕਦਮ ਹੈ ਇਸ ਤਾਕਤ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲੈ ਕੇ ਆਉਣਾ। ਹੁਣ ਆਪਾਂ ਗੱਲ ਕਰਾਂਗੇ ਧਰਮ ਦੀ, ਯਾਨੀ ਕਿ ਇਸ ਦੁਨੀਆ ਵਿੱਚ ਰਹਿੰਦਿਆਂ ਇੱਕ ਸਹੀ ਅਤੇ ਮਕਸਦ ਭਰਿਆ ਜੀਵਨ ਕਿਵੇਂ ਜੀਆ ਜਾਵੇ। ਇਹ ਗੱਲ ਸਾਨੂੰ ਇੱਕ ਹੋਰ ਬਹੁਤ ਹੀ ਜ਼ਰੂਰੀ ਸਵਾਲ ਤੇ ਲਿਆਉਂਦੀ ਹੈ, ਆਖਿਰ ਅਸੀਂ ਚੰਗੇ ਕੰਮ ਕਿਉਂ ਕਰੀਏ? ਕਿ ਸਿਰਫ ਕਿਸੇ ਇਨਾਮ ਦੇ ਲਾਲਚ ਵਿੱਚ, ਜਾਂ ਕਿਸੇ ਸਜ਼ਾ ਦੇ ਡਰ ਤੋਂ, ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਡੂੰਘਾ, ਕੋਈ ਜ਼ਿਆਦਾ ਵੱਡਾ ਕਾਰਨ ਹੈ? ਹੁਣ ਜ਼ਰਾ ਇੱਕ ਅਜਿਹੇ ਵਿਚਾਰ ਤੇ ਗੌਰ ਕਰੋ ਜੋ ਸਾਡੀ ਅੱਜ ਦੀ ਸੋਚ ਨੂੰ ਪੂਰੀ ਤਰ੍ਹਾਂ ਹਿਲਾ ਦਿੰਦਾ ਹੈ। ਇੱਕ ਪਾਸੇ ਦੁਨੀਆ ਹੈ ਜੋ ਕਹਿੰਦੀ ਹੈ ਹੋਰ ਇਕੱਠਾ ਕਰੋ, ਹੋਰ ਜਮ੍ਹਾਂ ਕਰੋ। ਦੂਜੇ ਪਾਸੇ ਹੈ ਰੂਹਾਨੀ ਗਿਆਨ ਜੋ ਕਹਿੰਦਾ ਹੈ ਕਿ ਗਰੀਬੀ ਇੱਕ ਚੰਗੀ ਮਾਂ ਹੈ। ਮਤਲਬ ਕਿ ਕਈ ਵਾਰ ਜ਼ਿੰਦਗੀ ਵਿੱਚ ਕਮੀ ਅਤੇ ਸਾਦਗੀ ਹੀ ਸਾਡੇ ਸਭ ਤੋਂ ਵੱਡੇ ਗੁਰੂ ਬਣ ਜਾਂਦੇ ਹਨ। ਅਤੇ ਇਹ ਗੱਲ, ਵਾਹ, ਕਿੰਨੀ ਡੂੰਘੀ ਯਾਦ ਦਹਾਨੀ ਹੈ। ਜਿਨ੍ਹਾਂ ਨੇ ਪਾਪ ਨਾ ਕੀਤਾ ਹੋਵੇ ਉਹ ਪੱਥਰ ਮਾਰਨ। ਇਸ ਦਾ ਸਿੱਧਾ ਮਤਲਬ ਹੈ ਕਿ ਕਿਸੇ ਦੂਜੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਸਾਨੂੰ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਣਾ ਚਾਹੀਦਾ ਹੈ। ਅਸਲੀ ਧਰਮ ਦੂਜਿਆਂ ਤੇ ਫੈਸਲੇ ਸੁਣਾਉਣ ਨਾਲ ਨਹੀਂ, ਬਲਕਿ ਆਪਣੇ ਅੰਦਰ ਛਾਤ ਮਾਰਨ ਨਾਲ ਸ਼ੁਰੂ ਹੁੰਦਾ ਹੈ। ਅੱਛਾ, ਸਿਧਾਂਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਪਰ ਸਿਰਫ ਸਮਝਣਾ ਹੀ ਕਾਫੀ ਨਹੀਂ ਹੈ। ਹੁਣ ਵਾਰੀ ਆਉਂਦੀ ਹੈ ਅਭਿਆਸ ਦੀ, ਯਾਨੀ ਉਹਨਾਂ ਤਰੀਕਿਆਂ ਦੀ, ਉਹਨਾਂ ਸਾਧਨਾਂ ਦੀ ਜੋ ਇਸ ਗਿਆਨ ਨੂੰ ਸਾਡੇ ਅਨੁਭਵ ਵਿੱਚ ਬਦਲ ਦਿੰਦੇ ਹਨ। ਤਾਂ ਚਲੋ ਹੁਣ ਆਤਮਾ ਲਈ ਕੁਝ ਖਾਸ ਅਭਿਆਸਾਂ ਬਾਰੇ ਜਾਣਦੇ ਹਾਂ। ਪ੍ਰਾਰਥਨਾ। ਪ੍ਰਾਰਥਨਾ ਕੀ ਹੈ? ਇਹ ਸਿਰਫ ਕੁਝ ਮੰਗਣ ਦੀ ਰਸਮ ਨਹੀਂ ਹੈ। ਨਹੀਂ, ਇਹ ਤਾਂ ਉਸ ਉੱਚ ਚੇਤਨਾ ਨਾਲ ਇੱਕ ਸੱਚਾ, ਇੱਕ ਡੂੰਘਾ ਰਿਸ਼ਤਾ ਹੈ, ਇੱਕ ਗੱਲਬਾਤ ਹੈ। ਇਹ ਦਿਮਾਗ ਦੀ ਨਹੀਂ, ਸਗੋਂ ਦਿਲ ਦੀ ਆਵਾਜ਼ ਹੈ। ਇੱਕ ਹੋਰ ਬਹੁਤ ਹੀ ਤਾਕਤਵਰ ਸਾਧਨਾ ਹੈ ਮੌਨ ਵਰਤ, ਯਾਨੀ ਕਿ ਚੁੱਪ। ਔਰ ਇਹ ਸਿਰਫ ਬੋਲਣਾ ਬੰਦ ਕਰ ਦੇਣਾ ਨਹੀਂ ਹੈ। ਇਸ ਦੇ ਫਾਇਦੇ ਦੇਖੋ। ਇਸ ਨਾਲ ਸਾਡੀ ਜ਼ਰੂਰੀ ਊਰਜਾ ਬਚਦੀ ਹੈ, ਸਾਡੇ ਮਨ ਨੂੰ ਸਪਸ਼ਟਤਾ ਮਿਲਦੀ ਹੈ, ਔਰ ਸਭ ਤੋਂ ਵੱਡੀ ਗੱਲ, ਸਾਨੂੰ ਆਪਣੇ ਅੰਦਰ ਦੀ ਆਵਾਜ਼ ਸੁਣਨ ਦਾ ਮੌਕਾ ਮਿਲਦਾ ਹੈ। ਤਾਂ ਜਿਵੇਂ ਮੌਨ ਸਾਡੀ ਅੰਦਰੂਨੀ ਊਰਜਾ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਬਾਹਰੀ ਦੁਨੀਆ ਵਿੱਚ ਵੀ ਊਰਜਾ ਦਾ ਇੱਕ ਬਹੁਤ ਵੱਡਾ ਸਰੋਤ ਹੈ ਜਿਸ ਨੂੰ ਅਸੀਂ ਅਕਸਰ ਭੁੱਲ ਜਾਂਦੇ ਹਾਂ, ਤੇ ਉਹ ਹੈ ਸੂਰਜ। ਸੂਰਜ ਸਿਰਫ ਰੋਸ਼ਨੀ ਤੇ ਗਰਮੀ ਦਾ ਗੋਲਾ ਨਹੀਂ, ਸਗੋਂ ਸਾਡੀ ਧਰਤੀ ਤੇ ਸਾਰੀ ਜ਼ਿੰਦਗੀ ਤੇ ਊਰਜਾ ਦਾ ਮੂਲ ਸਰੋਤ ਹੈ, ਇੱਕ ਮਹਾਨ ਪ੍ਰਤੀਕ ਹੈ। ਅਤੇ ਇਹ ਊਰਜਾ, ਇਹ ਜੀਵਨ ਸ਼ਕਤੀ ਸਿਰਫ ਸੂਰਜ ਤੱਕ ਹੀ ਸੀਮਿਤ ਨਹੀਂ ਹੈ। ਇੱਕ ਬਹੁਤ ਹੀ ਖੂਬਸੂਰਤ ਵਿਚਾਰ ਸਾਹਮਣੇ ਆਂਦਾ ਹੈ ਕਿ ਇੱਕ ਤਰ੍ਹਾਂ ਦੀ ਆਤਮ ਬਿਜਲੀ ਹੈ, ਇੱਕ ਰੂਹਾਨੀ ਊਰਜਾ ਜੋ ਸਭ ਤੋਂ ਛੋਟੇ ਜੀਵ ਵਿੱਚ ਵੀ ਮੌਜੂਦ ਹੈ।
ਸੋਚ ਕੇ ਦੇਖੋ, ਹਰ ਜੀਵ ਵਿੱਚ ਉਹੀ ਜੀਵਨ ਸ਼ਕਤੀ ਹੈ। ਤਾਂ ਫਿਰ ਹੁਣ ਅਸੀਂ ਆਪਣੇ ਸਫ਼ਰ ਦੇ ਸਿਖਰ ਤੇ ਪਹੁੰਚ ਰਹੇ ਹਾਂ। ਗਿਆਨ, ਅੰਦਰੂਨੀ ਸ਼ਕਤੀ, ਅਭਿਆਸ, ਇਹ ਸਭ ਕੁਝ ਸਾਨੂੰ ਇੱਕ ਹੀ ਮੰਜ਼ਿਲ ਵੱਲ ਲੈ ਕੇ ਆਇਆ ਹੈ, ਉਸ ਵਿਸ਼ਵ ਵਿਆਪੀ ਆਤਮਾ ਦਾ ਅਹਿਸਾਸ ਕਰਨਾ, ਜਿੱਥੇ ਸਾਰੇ ਭੇਦਭਾਵ, ਸਾਰੀਆਂ ਦੂਰੀਆਂ ਮਿਟ ਜਾਂਦੀਆਂ ਹਨ। ਇਹ ਵੇਦਾਂਤ ਦਾ ਸਭ ਤੋਂ ਵੱਡਾ ਸਿਧਾਂਤ ਹੈ। ਵਹ ਤੂੰ ਹੈ, ਯਾਨੀ ਉਹ ਤੂੰ ਹੀ ਹੈ। ਇਹ ਸਿਰਫ ਇੱਕ ਫਿਲਾਸਫੀ ਦੀ ਗੱਲ ਨਹੀਂ, ਇਹ ਇੱਕ ਡੂੰਘਾ ਅਨੁਭਵ ਕਰਨ ਵਾਲਾ ਸੱਚ ਹੈ ਕਿ ਸਾਡੀ ਆਪਣੀ ਆਤਮਾ ਅਤੇ ਪੂਰੇ ਬ੍ਰਹਿਮੰਡ ਦੀ ਚੇਤਨਾ ਅਸਲ ਵਿੱਚ ਵੱਖ-ਵੱਖ ਨਹੀਂ ਹਨ, ਉਹ ਇੱਕ ਹੀ ਹਨ। ਤਾਂ ਫਿਰ ਅਸਲੀ ਰਾਹ ਕੀ ਹੈ? ਇਹ ਮੈਂ ਯਾਨੀ ਅਹੰ ਭਾਵ ਨੂੰ ਖਤਮ ਕਰਨਾ ਨਹੀਂ ਹੈ, ਬਲਕਿ ਇਸ ਮੈਂ ਦੀ ਭਾਵਨਾ ਨੂੰ ਫੈਲਾਉਣਾ ਹੈ। ਇਸ ਨੂੰ ਸਿਰਫ ਆਪਣੇ ਸਰੀਰ ਤੱਕ ਸੀਮਿਤ ਨਾ ਰੱਖ ਕੇ ਪੂਰੇ ਬ੍ਰਹਿਮੰਡ ਨੂੰ ਇਸ ਵਿੱਚ ਸ਼ਾਮਿਲ ਕਰਨਾ ਹੈ। ਆਪਣੀ ਮੈਂ ਨੂੰ ਛੋਟੇ ਤੋਂ ਵੱਡਾ ਔਰ ਵੱਡਾ ਬਣਾਉਂਦੇ ਜਾਣਾ ਹੀ ਅਸਲ ਅਧਿਆਤਮਿਕਤਾ ਹੈ। ਸੋ ਇਸ ਪੂਰੇ ਸਫ਼ਰ ਨੂੰ ਤੈਅ ਕਰਨ ਤੋਂ ਬਾਅਦ ਆਓ ਹੁਣ ਇੱਕ ਪਲ ਲਈ ਰੁਕੀਏ ਅਤੇ ਉਹਨਾਂ ਸਦੀਵੀ ਸੱਚਾਈਆਂ ਨੂੰ ਇਕੱਠਾ ਕਰੀਏ, ਉਹਨਾਂ ਨੂੰ ਫਿਰ ਤੋਂ ਯਾਦ ਕਰੀਏ ਜਿਨ੍ਹਾਂ ਨੂੰ ਅਸੀਂ ਇਸ ਯਾਤਰਾ ਦੌਰਾਨ ਖੋਜਿਆ ਹੈ। ਤਾਂ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਹੈ? ਕੁਝ ਮੁੱਖ ਗੱਲਾਂ ਹਮੇਸ਼ਾ ਯਾਦ ਰੱਖਣ ਵਾਲੀਆਂ ਹਨ। ਪਹਿਲੀ, ਅਸਲ ਤਾਕਤ ਬਾਹਰ ਨਹੀਂ, ਸਾਡੇ ਅੰਦਰ ਹੈ। ਦੂਜੀ, ਸ਼ੱਕ ਸਭ ਤੋਂ ਵੱਡਾ ਦੁਸ਼ਮਣ ਹੈ। ਤੀਜੀ, ਸਹੀ ਜੀਵਨ ਜਿਉਣ ਲਈ ਆਪਣੇ ਅੰਦਰ ਝਾਤ ਮਾਰਨੀ ਜ਼ਰੂਰੀ ਹੈ। ਚੌਥੀ, ਚੁੱਪ ਅਤੇ ਧਿਆਨ ਵਰਗੇ ਅਭਿਆਸ ਮਨ ਦੀ ਸ਼ਾਂਤੀ ਲਈ ਬਹੁਤ ਜ਼ਰੂਰੀ ਹਨ। ਅਤੇ ਅੰਤ ਵਿੱਚ ਸਭ ਤੋਂ ਵੱਡਾ ਸੱਚ ਇਹ ਹੈ ਕਿ ਅਸੀਂ ਸਾਰੇ ਉਸ ਇੱਕ ਵਿਸ਼ਵ ਵਿਆਪੀ ਚੇਤਨਾ ਦਾ ਹਿੱਸਾ ਹਾਂ। ਅਤੇ ਅੰਤ ਵਿੱਚ ਇਸ ਸਾਰਾ ਗਿਆਨ ਸੁਣਨ ਤੋਂ ਬਾਅਦ ਸਿਰਫ ਇੱਕ ਹੀ ਸਵਾਲ ਬਾਕੀ ਰਹਿ ਜਾਂਦਾ ਹੈ, ਇੱਕ ਬਹੁਤ ਹੀ ਤਾਕਤਵਰ ਸਵਾਲ। ਕੀ ਸਮਾਂ ਬੀਤ ਗਿਆ ਹੈ? ਕੀ ਇਸ ਰੂਹਾਨੀ ਸਫ਼ਰ ਨੂੰ ਸ਼ੁਰੂ ਕਰਨ ਵਿੱਚ ਹੁਣ ਦੇਰ ਹੋ ਚੁੱਕੀ ਹੈ? ਜਾਂ ਫਿਰ ਕਿ ਹਰ ਆੜ ਵਾਲਾ ਪਲ, ਇੱਥੋਂ ਤੱਕ ਕਿ ਇਹ ਪਲ ਵੀ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਹੈ? ਇਸ ਦਾ ਜਵਾਬ ਹਰ ਕਿਸੇ ਨੂੰ ਆਪਣੇ ਅੰਦਰ ਹੀ ਲੱਭਣਾ ਪਵੇਗਾ।